हाँ जी, 9th क्लास स्टूडेंट्स गुड मॉर्निंग बेटे। ਮੈਨੂੰ ਉਮੀਦ ਹੈ ਕਿ ਤੁਸੀਂ ਪੰਜਾਬੀ ਦਾ ਵਰਕ ਬਹੁਤ ਵਧੀਆ ਕਰ ਰਹੇ ਹੋਵੋਗੇ। ਤਾਂ ਇਸੇ ਤਰ੍ਹਾਂ ਬੇਟੇ ਆਪਣੀ ਜਿਹੜੀ ਪਾਠ ਪੁਸਤਕ ਹੈ ਸਾਹਿਤਿਕ ਰੰਗ ਉਹਦੇ ਵਿੱਚੋਂ ਲਿਆ ਗਿਆ ਹੈ ਇਕਾਂਗੀ ਕਿਰਤ ਦਾ ਸਤਿਕਾਰ। ਤਾਂ ਸਭ ਤੋਂ ਪਹਿਲਾਂ ਤੁਸੀਂ ਸਮਝੋ ਕਿ ਇਕਾਂਗੀ ਕੀ ਹੈ। ਇਕਾਂਗੀ ਨਾਟਕ ਦਾ ਇੱਕ ਛੋਟਾ ਜਿਹਾ ਰੂਪ ਹੈ ਜਿਸ ਦੇ ਵਿੱਚ ਇੱਕ ਸਮੱਸਿਆ ਹੁੰਦੀ ਹੈ ਅਤੇ ਉਸ ਨੂੰ ਸੁਲਝਾਉਣ ਦੇ ਲਈ 3 ਜਾਂ 4 ਪਾਤਰ ਹੁੰਦੇ ਨੇ ਅਤੇ ਬਾਕੀ ਜਿਹੜੇ ਪਾਤਰ ਵਰਤੇ ਜਾਂਦੇ ਨੇ ਉਹ ਉਸਦੇ ਸਹਿ ਪਾਤਰ ਹੁੰਦੇ ਨੇ ਜਾਂ ਮਦਦ ਲਈ ਆਉਂਦੇ ਨੇ। ਇਸੇ ਤਰ੍ਹਾਂ ਇਹ ਆਪਣਾ ਇਕਾਂਗੀ ਅਤੇ ਇਹ ਇਕਾਂਗੀ ਆਪਣਾ ਕਿਰਤ ਦਾ ਸਤਿਕਾਰ। ਕਿਰਤ ਮੀਨਸ ਕੰਮ ਭਾਵੇਂ ਛੋਟਾ ਹੋਵੇ ਜਾਂ ਵੱਡਾ ਹੋਵੇ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅਤੇ ਬੇਟੇ ਇਹ ਜਿਹੜਾ ਇਕਾਂਗੀ ਹੈ ਸਨ 1955 ਦੇ ਵਿੱਚ ਡਾਕਟਰ ਹਰਚਰਨ ਸਿੰਘ ਦੁਆਰਾ ਲਿਖਿਆ ਗਿਆ ਹੈ। ਤਾਂ ਬੇਟੇ ਆਪਾਂ ਦੇਖਦੇ ਹਾਂ ਕਿ ਇਸ ਇਕਾਂਗੀ ਦੇ ਵਿੱਚ ਜਿਹੜੇ ਪਾਤਰ ਹੈ ਕਿਸ਼ਨ ਹੈ, ਕੇਸਰ ਹੈ, ਸੇਠ ਹੈ, ਮੁਨਸ਼ੀ ਚੁੰਨੀ ਲਾਲ ਹੈ, ਆਧੁਨਿਕ ਔਰਤ ਹੈ ਅਤੇ ਸਵਾਰੀ, ਮੰਗਤੀ ਵਿਖਾਰਨ, ਸਿਪਾਹੀ, ਅਧਿਆਪਕ, ਮੁੰਡੇ ਅਤੇ ਅਖਬਾਰ ਵਾਲਾ ਹੈ। ਇਹ ਬੇਟੇ ਸਾਰੇ ਪਾਤਰ ਇਹਦੇ ਵਿੱਚ 10 ਜਾਂ 11 ਪਾਤਰ ਆਏ ਨੇ, ਪਰ ਇਹਨਾਂ ਵਿੱਚ ਮੇਨ ਆਪਾਂ 3 ਪਾਤਰ ਰਵਾਂਗੇ ਜਿਨ੍ਹਾਂ ਦੇ ਦੁਆਲੇ ਸਾਰੀ ਇਕਾਂਗੀ ਘੁੰਮਦੀ ਹੈ। ਕਿਸ਼ਨ ਹੈ, ਕੇਸਰ ਹੈ ਅਤੇ ਆਧੁਨਿਕ ਔਰਤ ਹੈ। ਤਾਂ ਸਭ ਤੋਂ ਪਹਿਲਾਂ ਬੇਟੇ ਕੀ ਹੁੰਦਾ ਕਿ ਇਹ ਸਵੇਰੇ 10 ਵਜੇ ਦਾ ਇੱਕ ਸਮਾਂ ਹੁੰਦਾ ਅਤੇ ਜਿਸ ਦੇ ਵਿੱਚ ਸਾਰੇ ਪਾਤਰ ਇਕੱਠੇ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਕੀ ਹੁੰਦਾ ਕਿ ਕੇਸਰ ਬੱਸ ਸਟੈਂਡ ਦੇ ਉੱਤੇ ਖੜ੍ਹਾ ਹੁੰਦਾ ਅਤੇ ਉਸ ਦੇ ਮਗਰ ਹੀ ਇੱਕ ਸਵਾਰੀ ਆ ਜਾਂਦੀ ਹੈ। ਅਤੇ ਸਭ ਤੋਂ ਪਹਿਲਾਂ ਤੁਸੀਂ ਕੇਸਰ ਦੇ ਪਾਤਰ ਬਾਰੇ ਸੁਣੋ। ਕੇਸਰ ਜਿਹੜਾ ਇੱਕ ਹਸਮੁਖ ਪਾਤਰ ਹੈ, ਬਹੁਤ ਹੀ ਸਮਝਦਾਰ ਹੈ। ਉਹ ਗੱਲ ਦੇ ਨਾਲ ਸਭ ਨੂੰ ਹਸਾ ਦਿੰਦਾ ਹੈ। ਅਤੇ ਸਵਾਰੀ ਉਸਦੇ ਕੋਲੋਂ ਕੇਸਰ ਦੇ ਕੋਲ ਆ ਕੇ ਪੁੱਛਦੀ ਹੈ ਕਿ ਮਤਲਬ ਕਿ 13 ਨੰਬਰ ਵਾਲੀ ਬੱਸ ਨਿਕਲ ਗਈ ਹੈ। ਤਾਂ ਕੇਸਰ ਸਵਾਰੀ ਨੂੰ ਕਹਿੰਦਾ ਕਿ 13 ਨੰਬਰ ਵਾਲੀ ਬੱਸ ਤਾਂ ਨਿਕਲ ਗਈ ਹੈ। ਇਸ ਤੋਂ ਮਗਰੋਂ ਹੈਗਾ ਸੇਠ ਜੋ ਕਿ ਇੱਕ ਕੰਜੂਸ ਆਦਮੀ ਹੈ। ਉਸਦੇ ਤੇੜ ਧੋਤੀ ਪਹਿਨੀ ਹੋਈ ਅਤੇ ਚਿੱਟੀ ਟੋਪੀ ਲਈ ਹੋਈ ਹੈ। ਉਹ ਬਹੁਤ ਹੀ ਤੰਗ ਵਿਚਾਰਾਂ ਵਾਲਾ ਹੈ ਅਤੇ ਬਹੁਤ ਕੰਜੂਸ ਹੈ ਅਤੇ ਕਿਸੇ ਨੂੰ ਵੀ ਬਿਲਕੁਲ ਪੈਸੇ ਨਹੀਂ ਦਿੰਦਾ ਗਾ। ਉਹ ਮਤਲਬ ਆਪਣੇ ਪੈਸੇ ਨੂੰ ਬਹੁਤ ਪਿਆਰ ਕਰਦਾ ਹੈ। ਅਤੇ ਇਸੇ ਤਰ੍ਹਾਂ ਆਪਣੇ ਕੋਲ ਜਿਹੜਾ ਮੁੱਖ ਪਾਤਰ ਆਉਂਦਾ ਜਿਸ ਦੇ ਦੁਆਲੇ ਆਪਣੀ ਸਾਰੀ ਇਕਾਂਗੀ ਘੁੰਮਦੀ ਹੈ ਉਹ ਹੈ ਕਿਸ਼ਨ ਹੈ ਇੱਕ ਮਤਲਬ ਕਿ ਹੋਣਹਾਰ ਅਤੇ ਸਮਝਦਾਰ ਬੱਚਾ ਹੈ ਜਿਹੜਾ ਕਿ ਆਪਣਾ ਮਤਲਬ ਸਕੂਲ ਦੇ ਵਿੱਚ ਪੜ੍ਹਦਾ ਹੈ ਅਤੇ ਆਪਣਾ ਖਰਚਾ ਆਪ ਹੀ ਕੱਢਦਾ ਹੈ। ਜਿਹੜਾ ਕਿਸ਼ਨ ਦਾ ਪਿਤਾ ਹੈ ਉਹ ਪਾਕਿਸਤਾਨ ਦੀ ਵੰਡ ਸਮੇਂ ਮਤਲਬ ਕਿ ਉਸਦਾ ਕਤਲ ਹੋ ਗਿਆ ਸੀ। ਉਸਦੀ ਜਿਹੜੀ ਮਾਤਾ ਹੈ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਅਤੇ ਕੀ ਹੁੰਦਾ ਹੈ ਕਿ ਕਿਸ਼ਨ ਆਪਣੇ ਆਪ ਵਿੱਚ ਮਤਲਬ ਬਹੁਤ ਹੋਣਹਾਰ ਹੈ। ਅਤੇ ਕਿਸ਼ਨ ਇਹਨਾਂ ਨੂੰ ਕੇਸਰ ਨੂੰ ਅਤੇ ਸੇਠ ਨੂੰ ਕਹਿੰਦਾ ਕਿ ਹਜੇ ਮਤਲਬ ਬੱਸ ਦੇ ਆਉਣ ਵਿੱਚ ਬਹੁਤ ਟਾਈਮ ਹੈ, ਇਸ ਲਈ ਉਹ ਇਹ ਕਰੇ ਕਿ ਉਸ ਤੋਂ ਬੂਟ ਪਾਲਿਸ਼ ਕਰਵਾ ਲਵੇ। ਤਾਂ ਸਭ ਤੋਂ ਪਹਿਲਾਂ ਕੇਸਰ ਨੂੰ ਕਹਿੰਦਾ ਤਾਂ ਕੇਸਰ ਆਪਣੇ ਬੂਟ ਪਾਲਿਸ਼ ਕਰਵਾ ਲੈਂਦਾ ਹੈ ਅਤੇ ਬਦਲੇ ਵਿੱਚ ਜੋ ਕਿਸ਼ਨ ਦੀ ਮਿਹਨਤ ਹੁੰਦੀ ਹੈ ਉਸ ਨੂੰ ਦੇ ਦਿੰਦਾ ਹੈ। ਅਤੇ ਦੂਜੇ ਪਾਸੇ ਉਹ ਮਤਲਬ ਫਿਰ ਆਧੁਨਿਕ ਔਰਤ ਨੂੰ ਕਹਿੰਦਾ ਹੈ ਕਿ ਤੁਸੀਂ ਵੀ ਆਪਣੇ ਸੈਂਡਲ ਪਾਲਿਸ਼ ਕਰਵਾ ਲਓ। ਆਧੁਨਿਕ ਔਰਤ ਵੀ ਕਰਵਾਉਂਦੀ ਹੈ ਅਤੇ ਉਸਨੂੰ ਉਸਦੀ ਮਿਹਨਤ ਦਾ ਹੱਕ ਦਿੰਦੀ ਹੈ। ਤਾਂ ਉਸ ਤੋਂ ਬਾਅਦ ਉਹ ਸੇਠ ਨੂੰ ਕਹਿੰਦਾ ਕਿ ਸੇਠ ਜੀ ਤੁਸੀਂ ਵੀ ਬੂਟ ਪਾਲਿਸ਼ ਕਰਵਾ ਲਓ। ਸੇਠ ਆਪਣਾ 1 ਵੀ ਰੁਪਈਆ ਖਰਚ ਨਹੀਂ ਕਰਨਾ ਚਾਹੁੰਦਾ ਅਤੇ ਸੇਠ ਉਸਨੂੰ ਕੀ ਕਰਦਾ ਕਿਸ਼ਨ ਨੂੰ ਠੁੱਡਾ ਮਾਰਦਾ, ਜਿਸ ਕਰਕੇ ਜਿਹੜਾ ਕਿਸ਼ਨ ਹੈ ਉਹ ਰੋਣ ਲੱਗ ਪੈਂਦਾ ਹੈ। ਅਤੇ ਜਿਹੜਾ ਕਿਸ਼ਨ ਦਾ ਸਾਹਮਣੇ ਸਕੂਲ ਹੁੰਦਾ ਹੈ ਅਚਾਨਕ ਹੀ ਉੱਧਰੋਂ ਅਧਿਆਪਕ ਨਿਕਲ ਰਿਹਾ ਹੁੰਦਾ। ਅਧਿਆਪਕ ਦੇ ਨਾਲ 2 ਮੁੰਡੇ ਵੀ ਹੁੰਦੇ ਨੇ ਅਤੇ ਜਦੋਂ ਕਿਸ਼ਨ ਦੇ ਕੋਲ ਆਉਂਦੇ ਨੇ ਕਿਸ਼ਨ ਨੂੰ ਪੁੱਛਦੇ ਆ ਕਿ ਕਿਉਂ ਰੋ ਰਿਹਾ। ਤਾਂ ਫਿਰ ਕਿਸ਼ਨ ਦੱਸਦਾ ਹੈ ਕਿ ਸੇਠ ਨੇ ਉਸਨੂੰ ਉਸਦੀ ਕਿਰਤ ਦਾ ਹੱਕ ਨਹੀਂ ਦਿੱਤਾ ਅਤੇ ਜਿਸ ਕਰਕੇ ਉਹ ਰੋ ਰਿਹਾ ਹੈ। ਅਤੇ ਉੱਧਰੋਂ ਫਿਰ ਅਧਿਆਪਕ, ਮੁੰਡੇ, ਆਧੁਨਿਕ ਔਰਤ, ਕੇਸਰ ਸਾਰੇ ਮਿਲ ਕੇ ਸੇਠ ਨੂੰ ਘੇਰ ਲੈਂਦੇ ਨੇ ਅਤੇ ਸੇਠ ਨੂੰ ਕਹਿੰਦੇ ਆ ਕਿ ਤੁਸੀਂ ਉਸ ਬੱਚੇ ਦਾ ਪੂਰਾ ਹੱਕ ਦਿਓ। ਅਤੇ ਫਿਰ ਸੇਠ ਕੀ ਕਰਦਾ, ਸੇਠ ਨਾ ਚਾਹੁੰਦਾ ਹੋਇਆ ਵੀ ਹੱਕ ਦੇਣ ਨੂੰ ਤਿਆਰ ਹੁੰਦਾ ਕਿਉਂਕਿ ਅਧਿਆਪਕ ਉਸਨੂੰ ਕਹਿੰਦਾ ਕਿ ਉਸਨੂੰ 1 ਸਾਲ ਵਾਸਤੇ ਇੱਕ ਬੱਚੇ ਦੀ ਮਤਲਬ ਫੀਸ ਭਰਨ ਵਾਸਤੇ 1 ਸਾਲ ਦਾ ਜੁਰਮਾਨਾ ਮਤਲਬ ਕਰ ਦਿੱਤਾ ਹੈ। ਇਸ ਲਈ ਉਹ ਬੱਚੇ ਦੀ ਜਿਹੜੀ ਪੂਰੀ ਫੀਸ ਹੈ ਉਹ ਪੇ ਕਰੇਗਾ ਕਿ ਸੇਠ, ਨਹੀਂ ਤਾਂ ਸੇਠ ਨੂੰ ਕੋਰਟ ਕਚਹਿਰੀ ਵਿੱਚ ਜਾਣਾ ਪਵੇਗਾ। ਉੱਧਰੋਂ ਸਿਪਾਹੀ ਆਉਂਦਾ, ਸਿਪਾਹੀ ਦੇ ਡਰ ਕਰਕੇ ਕਿ ਸੇਠ ਜਿਹੜਾ ਹੈਗਾ ਉਹ ਕਹਿੰਦਾ ਮੈਂ ਕੋਰਟ ਕਚਹਿਰੀ ਤਾਂ ਨਹੀਂ ਜਾਵਾਂਗਾ, ਪਰ ਆਪਣੀ ਜੇਬ ਦੇ ਵਿੱਚੋਂ 100 ਰੁਪਈਆ ਦੇ ਦਿੰਦਾ ਹੈ ਜਿਸ ਦੇ ਨਾਲ ਕਿਸ਼ਨ ਦੀ ਪੂਰੇ ਸਾਲ ਦੀ ਫੀਸ ਭਰੀ ਜਾਂਦੀ ਹੈ। ਤਾਂ ਬੇਟੇ ਆਪਾਂ ਨੂੰ ਇਸ ਇਕਾਂਗੀ ਦੇ ਵਿੱਚੋਂ ਇਹੀ ਸਿੱਖਿਆ ਮਿਲਦੀ ਹੈ ਕਿ ਕਿਰਤ ਭਾਵੇਂ ਛੋਟੀ ਹੈ ਜਾਂ ਵੱਡੀ ਹੈ ਸਾਨੂੰ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਤਾਂ ਇਹ ਜਿਹੜੀ ਇਕਾਂਗੀ ਹੈ ਬੜੇ ਚੰਗੇ ਵਿਚਾਰਾਂ 'ਤੇ ਆਧਾਰਿਤ ਹੈ। ਜਦੋਂ ਤੁਸੀਂ ਇਸ ਨੂੰ ਪੜ੍ਹੋਗੇ ਤਾਂ ਤੁਹਾਨੂੰ ਸਾਰੀ ਕਲੀਅਰ ਹੋਏਗੀ। ਥੈਂਕਸ।